and I am doing BBA from UMD Sialkot. Assalamu alaikum. My name is Abdullah Aslam. I am studying UMT BBA and our topic is no poverty. Assalamu alaikum. My name is Rais Ahmed and I am doing BBA from UMT Sialkot, and here our topic is no poverty. Assalamu alaikum. My name is Hamza Arshad. I am studying in UMT BBA batch 15, and here our topic is related to no poverty. अस्सलामु अलैकुम, माय नेम इज़ अरमान मीर और आज हमारा टॉपिक पॉवर्टी पे है, जिसके लिए हमने रिसर्च के लिए एक गांव सेलेक्ट किया है और हम अभी वहाँ जाएंगे, तो लेट्स गो। वालेकुम सलाम जी। क्या हाल चाल? अल्लाह का शुक्र है। काम शम की करते हो? ठीक है जी, कम शम ठीक है, बस गुजारा होने है। किन्ना गुजारा हो जाता है? सही ठीक ठाक के बस नहीं अल्हम्दुलिल्लाह बस गुजारा ही ਹੁੰਦਾ ਪਿਆ अल्हम्दुलिल्लाह। ਤੇ ਘਰ ਦਾ ਸਰਕਟ ठीक चलता है, ਠੀਕ ਚੱਲਦਾ ठीक ਪਿਆ? चलता है। ਤੇ ਕੋਈ ਗੁਰਬਤ ਵਗੈਰਾ ਕੋਈ ਪਿੰਡ 'ਚ? नहीं गुरबत ते फिलहाल नहीं ते ठीक ही है, पर माड़े भी ते तगड़े भी सारे ही। ਯਾਨੀ ਬਰਾਬਰ ਨੇ ਦੋਵੇਂ? ਬਰਾਬਰ ਹੀ ਕੰਮ ਚੱਲਦਾ। ਨਾ ਇੰਨਾ ਉੱਤੇ ਨਾ। ना थल्ले दा मेरा मीडियम चलता है। ਤੇ ਤਾਲੀਮ ਵਗੈਰਾ ਦਾ ਕੀ ਹਿਸਾਬ ਹੈ? ਕਿੰਨਾ ਪੜ੍ਹੇ? मैं मैट्रिक कीता जी। ਮੈਟ੍ਰਿਕ ਕੀਤਾ ਤੇ ਬੱਚੇ बच्चा कोई नहीं जी। ਤੇ ਵਾਈਫ वाइफ भी ठीक है, ਠੀਕ ਹੈ? ਤੇ ਉਹ ਕਿੰਨਾ ਪੜ੍ਹੀ? वो मेरा है मिडल ही है। ਮਿਡਲ ਹੀ ਹੈ। हाँ ਤੇ ਸੋਸ਼ਲ ਮੀਡੀਆ ਯੂਜ਼ ਕਰਦੀ ਹੈ? ਮੋਬਾਈਲ ਵਗੈਰਾ मोबाइल ही करीदा, मोबाइल ते टीवी। ਯਾਨੀ ਕੋਈ ਸਖਤੀ ਤਾਂ ਨਹੀਂ ਹੈ ਕਿ ਤੂੰ नहीं ਯੂਜ਼ जी ਨਹੀਂ कोई ਕਰਨਾ? नहीं, सख्ती सुख्ती कोई नहीं, ਸਹੀ। मर्जी है अपनी। ਯਾਨੀ ਅੱਛਾ, ਕਿ ਤੁਹਾਡੇ ਮਤਲਬ ਤੁਸੀਂ ਤੁਹਾਡੀ ਕਾਫੀ ਏਜ ਹੈ, ਕਿੰਨੀ ਉਮਰ ਹੈ ਤੁਹਾਡੀ? मेरे तकरीबन 47 साल। ਤੇ ਤੁਸੀਂ ਪਹਿਲੇ ਦੇ ਪਿੰਡ ਦੇ ਵਿੱਚ मैं इतने जमया पलिया जी। ਤੇ ਹੁਣ ਦੇ ਮਤਲਬ ਪਿੰਡ ਦੇ ਮਾਹੌਲ ਦੇ ਵਿੱਚ ਕਿੰਨਾ ਫਰਕ ਮਹਿਸੂਸ ਕਰ ਰਹੇ ਫਰਕ ਹੋ? ਤੇ ਆਈ, ਥੋੜਾ ਬਹੁਤਾ ਤੇ ਫਰਕ ਪਿਆ ਹੀ। ਕੀ ਤਬਦੀਲੀ ਆਈ ਹੈ? ਤਬਦੀਲੀ ਆਈ, ਲੋਕਾਂ ਦੀ ਤਬਦੀਲੀ ਆਈ ਕਿ ਲੋਕੀ ਹੁਣ ਥੋੜੇ ਜੇ ਸਮਝਦਾਰ ਹੋ ਗਏ, ਮਤਲਬ ਬਾਹਰ ਨਿਕਲਣਾ ਸ਼ੁਰੂ ਹੋ ਬਾਹਰ ਗਏ ਨੇ? ਨਿਕਲਣਾ ਠੀਕ ਹੋ ਗਏ ਨੇ। ਤੇ ਪਿੰਡ ਦੀਆਂ ਜਿਹੜੀਆਂ ਸੜਕਾਂ ਵਗੈਰਾ ਨੇ ਸੜਕਾਂ ਠੀਕ ਨੇ ਹੁਣ, ਪਹਿਲੇ ਤੇ ਤੇ ਟੁੱਟੀਆਂ ਭੱਜੀਆਂ ਸਨ। ਹਸਪਤਾਲ ਵਗੈਰਾ ਕੋਈ ਹੈ ਇੱਥੇ ਹਸਪਤਾਲ ਤੇ ਕੋਈ ਨਜ਼ਦੀਕ? ਨਹੀਂ ਇੱਥੇ, ਕੋਈ ਛੋਟਾ ਮੋਟਾ ਕਲੀਨਿਕ ਵਗੈਰਾ? ਕੋਈ ਕਲੀਨਿਕ ਨਹੀਂ ਇੱਥੇ। ਇੱਥੇ ਲੋਕਲ ਡਾਕਟਰ ਨੇ। ਲੋਕਲ ਡਾਕਟਰ ਮਤਲਬ ਇੱਕ ਦੋ ਹੈ ਉਹ ਵਾਲਾ ਹਾਂ? ਲੋਕਲ ਡਾਕਟਰ? ਆਹੋ, ਕੋਈ ਪੁੱਛਣ ਨਹੀਂ ਆਉਂਦਾ ਇੱਥੇ ਕਿ ਡਾਕਟਰ ਹੈ ਵੀ ਹੈ ਕਿ ਨਹੀਂ। ਤੇ ਜਿਹੜੇ ਤੁਹਾਡੇ ਹੁਕਮਰਾਨ ਨੇ ਇੱਥੋਂ ਦੇ, ਜਿਹੜੇ ਕੋਈ ਐਮਐਨਏ ਐਮਪੀ ਵਗੈਰਾ ਨੇ, ਉਹ ਉਹਨਾਂ ਨੇ ਉਹ ਮਤਲਬ ਕੋਈ ਬਸ ਕੰਮ ਆਪਣੇ ਹਾਲ ਚ ਮਸਤ ਨੇ, ਉਹਨਾਂ ਨੂੰ ਕੀ ਲੱਗੇ ਗਰੀਬਾਂ ਉਹਨਾਂ ਨੇ ਕੋਈ ਪਿੰਡ ਦੇ ਵਿੱਚ ਤਬਦੀਲੀ ਵਗੈਰਾ ਕੀਤੀ? ਕੋਈ ਹਸਪਤਾਲ ਜਾਂ ਸਕੂਲ ਤੁਹਾਨੂੰ ਕੋਈ ਵਗੈਰਾ ਸ਼ਾਇਦ ਨਾ? ਨਹੀਂ ਇੱਥੇ, ਉਹੀ ਪੁਰਾਣਾ ਸਾਡੇ ਮੈਂ ਜੰਮਣ ਤੋਂ ਪਹਿਲੇ ਦਾ ਸਕੂਲ ਹੈ ਇੱਥੇ, ਜਿਹੜਾ ਉਹੀ ਸਕੂਲ ਹੈ। ਕਿੰਨਵੀਂ ਕਲਾਸ ਤੱਕ ਹੈ ਉਹ ਇਹ ਸਕੂਲ? 5ਵੀਂ ਤੱਕ। ਤੇ ਬੱਚੇ ਉੱਥੇ ਲੋਕ ਘੱਲਦੇ ਨੇ ਪੜਨ ਵਾਸਤੇ ਕਿ ਨਹੀਂ? ਉਹ ਤੇ ਪ੍ਰਾਈਵੇਟ ਹੀ ਜਾਂਦੇ ਨੇ ਜ਼ਿਆਦਾ। ਸਹੀ, ਯਾਨੀ ਸਾਰੇ ਲੋਕ ਘੱਲਦੇ ਨੇ ਪ੍ਰਾਈਵੇਟ ਬੱਚਿਆਂ ਹੀ ਨੂੰ? ਜਾਂਦੇ ਨੇ, ਪ੍ਰਾਈਵੇਟ ਸਰਕਾਰੀ ਵਾਲੇ ਕੰਮ ਕੋਈ ਸਹੀ ਨਹੀਂ। ਹੈ, ਸਹੀ। ਹਾਂ, ਪ੍ਰਾਈਵੇਟ ਹੀ ਕੰਮ ਹੈ। ਤੇ ਬਾਕੀ ਜਿਹੜਾ ਆਸ-ਪਾਸ ਦੇ ਜਿਹੜੇ ਇਲਾਕੇ ਨੇ ਉਹਨਾਂ 'ਚ ਵੀ ਕੋਈ ਤਬਦੀਲੀ ਠੀਕ ਹੈ, ਆਈ? ਖੁਸ਼ਹਾਲ ਨੇ, ਗਿਰਲ ਤੇ ਖੁਸ਼ਹਾਲ ਨੇ ਲੋਕੀ। ਤੇ ਇਹ ਜਿਹੜੀ ਤਾਲੀਮ ਵਗੈਰਾ ਔਰਤਾਂ ਨੂੰ ਦਿੰਦੇ ਨੇ ਇੱਥੇ ਕਿ ਨਹੀਂ ਦਿੰਦੇ? ਯਾਨੀ ਕਿ ਬੱਚੀਆਂ ਨੂੰ, ਔਰਤਾਂ ਨੂੰ ਉਂਝ? ਬਈ ਜੇ ਆਖੋ ਕਿ 100% ਤੇ ਨਹੀਂ, ਜੇ ਲੇਕਿਨ ਕੁਝ ਲੋਕ ਦਿੰਦੇ ਵੀ ਨੇ। 100% ਵਾਲੀ ਗੱਲ ਯਾਨੀ ਨਹੀਂ, 10-20? 10-20% ਜਿਹੜੇ ਲੋਕੀ ਇਸ ਗੱਲ ਨੂੰ ਮੰਨਦੇ ਨੇ, ਸ਼ੌਰ ਹੈ ਉਹਨਾਂ ਦੇ। ਅੱਛਾ, ਜ਼ਿਆਦਾ ਬੱਚੇ ਗਵਰਨਮੈਂਟ ਸਕੂਲਾਂ 'ਚ ਪੜ੍ਹ ਰਹੇ ਨੇ ਜਾਂ ਪ੍ਰਾਈਵੇਟ ਉਹ ਜਿਹੜੇ ਪੜ੍ਹ ਰਹੇ ਨੇ ਉਹ ਵੀ ਪ੍ਰਾਈਵੇਟ ਮਤਲਬ ਕਿ ਲੋਕਾਂ ਨੂੰ ਕਿਰਾਏ ਵਗੈਰਾ ਆਉਣ ਦੇ ਕਾਫੀ ਜ਼ਿਆਦਾ ਪੈ ਰਹੇ ਨੇ, ਫੀਸਾਂ ਬਹੁਤ ਪੈ ਜ਼ਿਆਦਾ ਪੈ ਰਹੀਆਂ ਨੇ? ਰਹੇ ਜੀ ਇੱਥੇ। ਪੀਕਾ ਪਾਣੇ ਮੈਂ 1000 ਰੁਪਇਆ ਬੱਚੇ ਦਾ, 2000 ਰੁਪਇਆ ਬੱਚੇ ਦਾ ਲੈ ਰਹੇ। ਇਹ ਕਿੱਥੋਂ ਤੱਕ ਕਿ ਇਹ ਡਾਲ ਵਾਲੀ ਤੱਕ 4 ਕਿਲੋਮੀਟਰ ਹੋਏਗਾ। 4 ਕਿਲੋਮੀਟਰ ਦੂਰ? ਜ਼ਿਆਦਾ 4 ਕਿਲੋਮੀਟਰ ਹੀ ਹੋਏਗਾ। ਉਹਦੀ ਵਜ੍ਹਾ ਤੋਂ ਲੋਕਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਕਾਫੀ ਉਠਾਉਣਾ ਪੈਂਦਾ। ਪਰੇਸ਼ਾਨੀਆਂ ਨੇ ਜੀ, ਕੋਈ ਘਰ ਬੰਦੇ ਕੋ ਗੱਡੀ ਹੁਣ ਨਹੀਂ ਜਿਹੜੇ ਆਉਂਦੀ। ਮਤਲਬ ਦਿਹਾੜੀਦਾਰ ਮਜ਼ਦੂਰ ਬੰਦੇ ਨੇ, ਕਾਫੀ ਜ਼ਿਆਦਾ ਸਾਡੇ ਪਿੰਡ ਦਿਹਾੜੀਦਾਰ ਮਜ਼ਦੂਰ ਬੰਦੇ ਬਿਲਕੁਲ ਨੇ। ਬਹੁਤ ਜ਼ਿਆਦਾ, ਕਈ ਦਿਹਾੜੀ ਲੱਗ ਗਈ ਤੇ ਕਈ ਟੁੱਟ ਗਈ। ਬਹੁਤ ਸ਼ੁਕਰੀਆ ਸਰ ਜੀ। ਓਕੇ ਜੀ, ਓਕੇ ਜੀ। बड़ी मेहरबानी। क्या क्या नाम है आपका बेटा? अब्दुल्ला फारूक। कहाँ पढ़ते हो? 10 का स्कूल। तो अबू आपके कहाँ से? बिजनेसमैन। अच्छा, पाकिस्तान में ही है? नहीं, नहीं, बाहर होते हैं। कौन सी कंट्री में? सऊदी। सऊदीया में। अच्छा, यहाँ पे कोई बच्चों के लिए खेलने के लिए कोई ग्राउंड या कोई पार्क है? नहीं, ये हो गया इधर ही हम खेलते हैं। अच्छा। और करीब में कोई स्कूल वगैरह या कोई है हॉस्पिटल? गवर्नमेंट स्कूल भी है, उधर प्राइवेट भी है। ठीक हो गया। हॉस्पिटल कोई? हॉस्पिटल है वो डालवाली में। दादवाड़ी यहाँ कोई करीब में कोई नहीं? मेरे करीब में डॉक्टर की दुकान है। डॉक्टर की दुकान, क्लिनिक हो गया? ठीक हो गया। ट्रांसपोर्ट का सिस्टम? कोई ट्रांसपोर्ट का सिस्टम मतलब कि कोई बस वगैरह यहाँ आती है क्या? नहीं। वो आते हैं शादियों पर। अच्छा, स्कूल किस पर जाते हो? फुलकारी पर। अच्छा, ठीक है।
ਤੇ ਅਮਰ ਜੀ ਕੀ ਕਰਦੇ ਹੋ ਤੁਸੀਂ? ਕੁਝ ਨਹੀਂ ਬੈਠੇ ਆ ਬੁਖਾਰ ਹੋ ਕੇ ਬੈਠੇ ਆ ਆਖਣੇ ਠੀਕ ਬਣਵਾਈ ਹੈ ਤੇ ਗਲਤ ਬਣੀ ਹੈ ਤੇ ਬਿਮਾਰ ਹੋ ਗਏ ਅੱਛਾ ਅੱਛਾ, ਤੇ ਇੱਥੇ ਕੋਈ ਹਸਪਤਾਲ ਨਹੀਂ ਸਹੀ ਹੈ ਜਿਹਦੇ ਤੋਂ ਤੁਸੀਂ ਅੱਖ ਆਪਣੀ ਸਹੀ ਕਰਵਾ ਕੋਈ ਵੀ ਨਹੀਂ ਗਏ ਆ 2 ਵਾਰੀ ਹਸਪਤਾਲ ਸਿਵਲ ਚ ਤਾਂ ਉਹਨਾਂ ਨੇ 1 ਵਾਰੀ ਚੈੱਕ ਕੀਤੀ ਦੂਜੀ ਵਾਰੀ ਉਹਨਾਂ ਆਖਿਆ ਇਹ ਨਹੀਂ ਬਣਦੀ ਅੱਛਾ, ਇਹ ਇੰਨੀ ਨਜ਼ਰ ਰਹਿਣੀ ਜਿਹੜੀ ਹੈ ਤੇ ਤੁਹਾਡੇ ਇੱਥੇ ਆਸ-ਪਾਸ ਇਲਾਕੇ ਦੇ ਵਿੱਚ ਕੋਈ ਹਸਪਤਾਲ ਨਹੀਂ? ਸਾਡੇ ਐਸੇ ਕੋਈ ਨਹੀਂ ਸਵਾਲ ਸੀ ਗੱਲ ਤੋਂ ਅੱਛਾ ਅੱਛਾ, ਉਹ ਤੁਹਾਨੂੰ ਸ਼ਹਿਰ ਜਾਣਾ ਪੈਂਦਾ। ਹਾਂਜੀ ਠੀਕ ਠੀਕ। ਔਰ ਹਾਲਾ ਜੀ ਤੁਹਾਡੇ ਕਿੰਨੇ ਬੱਚੇ ਨੇ? ਮੇਰੇ ਮਾਸ਼ਾਅੱਲਾ 3 ਬੇਟੇ 3 ਬੇਟੇ ਤੇ ਪੜ੍ਹੇ ਲਿਖੇ ਨੇ ਜਾਂ ਨਹੀਂ? ਨਹੀਂ ਇੱਥੇ ਕੀ ਸਕੂਲ ਨਹੀਂ ਹੈ ਸਹੀ ਜਾਂ ਮਤਲਬ? ਸਕੂਲ ਵੀ ਨਹੀਂ ਸਹੀ ਤੇ ਗਰੀਬੀ ਤੋਂ ਨਹੀਂ ਪੜੇਗੀ ਸਹੀ ਸਹੀ। ਤੇ ਤੁਹਾਡੇ ਜਿਹੜੇ ਹਸਬੰਡ ਨੇ ਉਹ ਕੀ ਕਰਦੇ ਨੇ? ਉਹ ਤੇ ਘਰ ਦੇ ਜੇ ਗੋਰਾਂ ਦਾ ਕੰਮ ਪੰਪ ਚਲਾਉਂਦੇ ਨੇ ਲਾਉਂਦੇ ਨੇ ਲੋਕਾਂ ਅੱਛਾ ਅੱਛਾ, ਜਿਹੜਾ ਪਾਣੀ ਵਾਲਾ ਪੰਪ ਹੁੰਦਾ। ਘਰਾਂ ਦੇ ਵਿੱਚ। ਤੇ ਤੁਹਾਡੇ ਮਾਸਾਲਾ ਬੱਚੇ ਕੀ ਕਰਦੇ ਨੇ? ਬੱਚੇ ਦੇ ਨਾਲ ਆਪਣੇ ਅੱਬੂ ਦੇ ਨਾਲ ਕਦੇ ਕਦੇ ਦੀ ਲਾ ਲੈਂਦੇ ਅੱਛਾ ਕੀ ਨਾਮ ਹੈ ਆਪਣਾ? ਹਾਂਜੀ ਗੁਲਾਮ ਸਹੀ ਸਹੀ। ਤੇ ਮਾਸਾਲਾ ਕੀ ਕਰਦੇ ਹੋ? ਮੈਂ ਮਿਸਤਰੀ ਨਾਲ ਠੇਕੇਦਾਰੀ ਕਰਦਾ ਅੱਛਾ ਅੱਛਾ। ਤੇ ਪਿੰਡ ਦੇ ਵਿੱਚ ਹੀ ਕਰਦੇ ਹੋ ਜਾਂ ਕਿਤੇ ਬਾਹਰ ਵੀ ਜਿੱਥੇ ਲੱਭੇ ਡਾਲ ਵਾਲੀ ਲੱਭੇ ਜਿੱਥੇ ਵੀ ਲੱਭੇ। ਡੱਲ ਵਾਲੀ ਕੋਈ ਕਸਬਾ ਹੈ ਇੱਥੇ ਨਜ਼ਦੀਕ? ਹਾਂਜੀ ਹੈ ਪਿੱਛੇ ਸਹੀ ਹੈ। ਪਿੰਡਾਂ 'ਚ ਵੀ ਲੱਭਦਾ ਤੇ ਖਰਚੇ ਨਾਲ ਗੁਜ਼ਾਰਾ ਹੋ ਰਿਹਾ ਹੈ ਕਿ ਚੰਗਾ ਗੁਜ਼ਾਰਾ ਹੋ ਰਿਹਾ ਹੈ? ਨਾਰਮਲ ਮਿਸਤਰੀਆਂ ਦਾ ਤਾਂ ਜੋ ਕੁਛ ਹੈ ਉਹ ਤਾਂ ਤੁਹਾਨੂੰ ਪਤਾ ਹੀ ਹੈ ਨਾ ਜਿੰਨਾ ਕੁ ਗੁਜ਼ਾਰਾ ਬੱਚੇ ਦੀ ਨੇ ਬੱਚੇ ਮੇਰੇ ਮਾਸ਼ਾਅੱਲਾ ਬਾਹਰ ਨੇ ਇੱਕ ਛੋਟਾ ਵੀ ਵੱਡਾ ਇੱਥੇ ਆਪਣਾ ਰੱਖੀਆਂ ਸਾਡਾ ਮਸ਼ਹੂਰ ਦੁਕਾਨ ਹੈ। ਤੇ ਬੱਚੇ ਕੀ ਕਰਦੇ ਨੇ? ਬੱਚੇ ਵੀ ਦਾ ਸੌਦੀਆਂ ਦੇ ਵਿੱਚ ਹੀ ਆ? ਕਾ ਕਾਲ ਜੋ ਸਹੀ ਹੋ ਗਿਆ। ਤੇ ਉੱਥੇ ਕਾਹਦਾ ਕੰਮ ਕਰਦੇ ਨੇ? ਪਾਣੀ ਵਾਈਟ ਜੋ ਤੇ ਕੀ ਇੱਥੇ ਮਤਲਬ ਰੋਜ਼ੀ ਕਮਾਉਣ ਦੇ ਜ਼ਰਾਏ ਘੱਟ ਨੇ ਜਾਂ ਮਤਲਬ ਉਂਝ ਉਹ ਸ਼ੁਰੂ ਤੋਂ ਬਾਹਰ ਨੇ? ਨਹੀਂ ਉਹ ਸ਼ੁਰੂ ਤੋਂ ਬਾਅਦ ਜ਼ਰਾਇਆ ਵੀ ਤੁਹਾਨੂੰ ਪਤਾ ਹੈ ਕਾਰੋਬਾਰ ਤੇ ਉਹ ਨਹੀਂ ਨਾ ਬਾਹਰ ਜੈਸਾ। ਬਿਲਕੁਲ। ਜਿਹੜਾ ਕਾਰੋਬਾਰ ਬਾਹਰ ਹੈ ਉਹ ਇੱਥੇ ਨਹੀਂ। ਜਿਹੜੇ ਇੱਥੇ ਨੇ ਵਿਚਾਰੇ ਉਹ ਗਰੀਬ ਸਾਥੀ ਉਹ ਇੰਜੀਨੀਅਰ ਤੁਸੀਂ ਆਪ ਹੀ ਕਿੰਨਾ ਪੜ੍ਹੇ ਦੇ ਹੋ? ਆਪਣੀ ਪਿੱਛੇ 6 ਕਲਾਸਾਂ ਪੜ੍ਹੇ ਦੇ ਹੋ? ਕਿਹੜੇ ਸਕੂਲ ਪੜ੍ਹੇ ਦੇ ਹੋ? ਗਵਰਨਮੈਂਟ ਅੱਛਾ ਅੱਛਾ। ਤੁਹਾਡਾ ਖਰਚੇ 'ਚ ਗੁਜ਼ਾਰਾ ਹੋ ਜਾਂਦਾ ਜਿਹੜਾ ਤੁਹਾਨੂੰ ਲੱਭ ਰਿਹਾ? ਬਹਰਾਲ ਮੇਰਾ ਹੁੰਦਾ ਬੱਚੇ ਵੀ ਦਿੰਦੇ ਨੇ ਮੈਂ ਆਪ ਹੀ ਥੋੜਾ ਬੜਾ ਸਮਾਨ ਕਿਰਾਏ ਮਾਰੇ ਤੇ ਚਾਰ ਛੜੀ ਯਾਨੀ ਕੰਮ ਤੇ ਹੁੰਦਾ ਨਹੀਂ ਹੁਣ ਇਹ ਉਮਰ ਫਿਰ 72 ਸਾਲ ਉਮਰ ਇੰਨੀ ਉਮਰ 'ਚ ਕਾਰੋਬਾਰ ਤਾਂ ਨਹੀਂ ਹੁੰਦਾ ਲੇਕਿਨ ਤੁਹਾਡੀ ਜਿਹੜੀਆਂ ਬੇਟੀਆਂ ਨੇ ਉਹ ਪੜ੍ਹੀ ਦੀਆਂ ਨੇ? ਬੜੀ ਦੀ Assalamualaikum. My name is Hamza Sharif and today we are here in Himalayas College to ask some questions about our topic, which is about he is the principal of Himalayas College, Mr. Professor Dr. Mr. Yasir Javed. So Assalamualaikum sir. Walaikum Sir, how are you? I'm good, alhamdulillah. So sir ji, we would like to ask some questions about our documentary, which is about no poverty. So first of all, please introduce your city and the people of your city. I live in Sialkot, the city of hardworking people, very faithful. And if you talk about my area, both of us share the same area that leads us to Jammu at Jammu Road, Dalwali, Hanechak, a beautiful town, countryside. You can say the end of Sialkot, border. So, Sarji, our second question is, how are the people spending their lives? As far as my town is concerned, people are spending a peaceful life. लेकिन अगर आप एकेडमिकली बात करेंगे तो फिर मैं समझूंगा कि अभी भी मिस्टर हमज़ा उनको बहुत ज़्यादा ज़रूरत है एजुकेशन की भी, एजुकेशनल इंस्टीट्यूट्स की भी, और उससे भी ज़्यादा ज़रूरी चीज़ है वालिदैन को बताने की कि वेयर दे आर स्पेंडिंग देयर मनी that is only for short span of time, 20 years, 30 years, 50 years. बच्चों को उस तरह एजुकेट नहीं कर रहे हैं। मिसाल के तौर पे आप भी क्योंकि उसी इलाके में रहते हैं, मैट्रिक करने के बाद जब तक आप बच्चों को मिडल ईस्ट, दुबई, सऊदीया, कतर भेजना नहीं बंद करेंगे, इलाका पीसफुल है, लोग भी अल्हम्दुलिल्लाह हार्ड वर्किंग है, लेकिन 25,000 के जरिए अगर मैं आपको इंटर ग्रेजुएशन ये बुक्स पढ़ा देता हूँ, you are going to spend your life peacefully, having education,
آپ اسکلفل ہو جائیں گے. اسکلز کی کمی ہے ہمارے علاقے میں. آپ سمجھ لیں کہ لوگ مزدوری کر رہے ہیں جو وہاں رہتے ہیں, جو باہر چلے جاتے ہیں وہ 20 کا برڈن ہے, وہ گدھے کی طرح کام کرتے ہیں 15 20 25 سال, اور پھر جب یہاں واپس آتے ہیں وہ ان امپلائمنٹ کا شکار ہو جاتے ہیں, جس کی وجہ سے سوسائٹی کے اندر کرپشن ہے. میرے علاقے ڈلولی کا, ہانے چک کا, کندن پور کونسل کا سب سے بڑا مسئلہ اس وقت ڈرگ ایڈکشن ہے, سنوکر کلب ہے, ویڈیو گیمز ہیں. تو سر یہ جو حکومت ہے انہوں نے غربت ختم کرنے کے لیے کوئی اقدامات وغیرہ کیے؟ جیسے کہ میں پہلے آپ سے عرض کر چکا ہوں کہ کچھ ایسا نہیں کیا گیا, کوئی چیک اینڈ بیلنس نہیں ہے. ہونا چاہیے تھا, اینڈ وی ور ویری آپٹمسٹک اینڈ ہوپ فل when Imran Khan became the Prime Minister, but still he hasn't done yet anything. But we are optimistic, not pessimistic. Let's see what will happen in the coming days. تو سر جی جو ہمارے علاقے کے جو مالدار لوگ کیا وہ غریبوں کی مدد کرتے ہیں زکوٰۃ وغیرہ جیسے کہ سنت؟ جی اگر میں اپنے علاقے کی بات کروں تو ڈلولی سے لے کے ہانے چک تک یہ جو جموں روڈ کا بیلٹ ہے یہ صحاوت میں نمبر 1 ہے. ہیر کمیٹی, امن کمیٹی, سیالکوٹ ویلفیئر سوسائٹی, ملے چک, ڈلولی, یہ جتنے بھی ولیجز ہیں ہانے چک تک یہ غریبوں کی مدد کرتے ہیں. لیکن میں پھر عرض کر رہا ہوں صرف فیس بک کی حد تک, واٹس ایپ کی حد تک ان کو راشن دے دیا, ان کو آٹے کی ایک بوری دے دی, ایک تھیلا تھما دیا, ان کے ساتھ تصویر بنا لی, فیس بک پہ تصویر لگا. The need of the time is that کہ اس علاقے کے جتنے مالدار لوگ ہیں آپ ان کو اکٹھا کریں. میں الحمدللہ ELC, کڈس کلب, ہمالیاز کالج, بلیک کاسل ان کی نمائندگی کرتا ہوں. جو ڈیزرونگ بندہ وہ کمیٹی سائن کیا کرے گی, ہم ان کو اسپوکن انگلش لیول 1, لیول 2, آئلز, کمپیوٹر کورسز, اسٹیچنگ بیٹیوں کو یہ فری آف کاسٹ آفر کریں گے. غربت ختم ہوگی. آپ لوگوں نے صرف سگنیچر کر کے بتانا یہ ڈیزرونگ ہے, ہم ایسے ہیلپ کر سکتے ہیں. اور میں اپنے علاقے کے جو صاحب حیثیت لوگ ہیں ان سے یہ ریکویسٹ کرتا ہوں کہ وہ بہت دے آر ڈوئنگ دیئر بیسٹ. اللہ تعالیٰ ان کو اجر عظیم دے گا, لیکن ڈائریکشن کو تھوڑا سا چینج کر لیں. میری بات کا مائنڈ نہیں کرنا, یہ تلخ ہے, بٹر ہے, لیکن ریئلٹی یہی ہے. اوکے سر جی, میرا ایک اور کویشچن ہے کہ اس علاقے میں جو انٹرنیٹ کی سہولیات ہیں یا سوشل میڈیا وہ موجود ہیں یا نہیں, یا لوگ ان سے اویئر ہیں یا نہیں؟ بالکل. ایٹ دی اینڈ آئی ایم ویری تھینکفل ٹو میڈم میمونہ اینڈ ہر ٹیم, اینڈ اسپیشلی UMT یونیورسٹی سیالکوٹ کیمپس دیٹ ہیز گیون us a chance to speak something for our area, ہانے چک, ڈلولی, سیالکوٹ. تھینک یو. جی السلام علیکم, میرا نام اعزاز گلریز خان ہے اور میرا تعلق کلاسک اسکول سیالکوٹ سے ہے. جی چیز سیکھنے کے لیے نا آگے بڑھتے رہتے ہیں, چیزیں کرتے رہتے ہیں, اور اب رجحانیت اتنی اچھی ہے کہ گریجویشن میں بچے کو پہلے پتہ ہوتا ہے فرسٹ ایئر میں کہ میں نے گریجویشن میں جا کے کیا کرنا ہے. تو اب آن لائن ایجوکیشن نے اس کو مزید اتنا آسان کر دیا ہے کہ گھر گھر تعلیم پہنچ چکی ہے. جو سیالکوٹ کے لوگ کیا تعلیمی لحاظ سے تمام تر سہولیات سے جو ہے سرکاری طور پر فائدہ اٹھا رہے ہیں؟ میرے مطابق ویسے نہیں فائدہ اٹھا رہے جیسے اٹھانا چاہیے. سیالکوٹ میں اگر میں آپ کو ایگزامپل ایسا ہے, بٹ پرائیویٹ سیکٹر کے اندر جو اسٹینڈرڈ SOPs تو فالو کیے جاتے ہیں, انفارچونیٹلی ہمارے گورنمنٹ ٹیچرس نہیں کر پاتے. اس حوالے سے جو ایلیٹ کلاسز ہیں, جو A گریڈ فیملیز ہیں, وہ ان کو پسند نہیں کرتی. اچھا, احساس پروگرام جو حکومت کی طرف سے ہے, آپ اس کو کس نظر سے دیکھتے ہیں؟ دیکھیں, غربت کے لیے غربت ختم کرنا سب سے امپورٹنٹ ہے. غریب کو غریب تر کر دینا اور اس کے ہاتھوں میں ہنر دینے کے بجائے اس کو بھیک دے دینا میرے مطابق شاید یہ اچھی بات نہیں ہے. معاشی اعتبار سے سیالکوٹ کس سمت کی طرف جا رہا ہے؟ دیکھیں جی, ایئر سیال اور ایسے بہت سے پروجیکٹ ہمارے سیالکوٹ میں موجود ہیں, اور مجھے لگتا ہے کہ گزشتہ آگے آنے والے 5-10 سالوں میں سیالکوٹ اس مقام پہ ہوگا جہاں پہ جو فیسیلیٹیشنز بڑے شہروں میں ناکام ہو چکی ہیں, سیالکوٹ ان کو میٹ کر رہا ہوگا اور بہت اچھے طریقے سے کر رہا ہوگا. شکریہ. تو جیسا کہ ہم نے کافی سارے انٹرویوز لیے اور ایٹ دا اینڈ ہم نے یہ کنکلوژن نکالا ہے کہ یہاں پر تعلیم عام نہیں ہے.
جس کی وجہ اس کی خاص وجہ یہ ہے کہ یہاں پر جو اسکول بنے ہوئے ہیں گورنمنٹ نے جو اسکول پرووائڈ کیے ہوئے ہیں ان کی حالت کچھ اس طرح کی ہے کہ وہاں پر بچے بھیجنا بھی اپنا ہی نقصان ہے. وہاں پر نہ تو ٹیچرز ہوتے ہیں نہ وہ بچوں کو کچھ پرووائڈ کرتے ہیں. دوسرا یہاں پر جو غریبی ہے وہ بہت زیادہ ہے کیونکہ یہاں پر آپ میرے پیچھے دیکھ سکتے ہیں کہ یہ LOC ہے اور یہ گاؤں جو ہے وہ LOC پر ہے اور یہاں پر ہر کچھ عرصے کے بعد انڈیا کی فائرنگ وغیرہ ہوتی ہے, بامب سیلنگ ہوتی ہے جس کی وجہ سے لوگ یہاں پر انویسٹمنٹ نہیں کر سکتے, لوگ آگے نہیں بڑھ سکے. بیسک ریزن یہی ہے کہ یہاں پر جو لوگ ہیں ان کی ذرائع آمدنی بہت کم ہے. زیادہ لوگوں کی ذرائع آمدنی جو ہے وہ بھینسیں ہیں, ان کا دودھ وغیرہ بیچتے ہیں. اور جیسے کہ یہ پیچھے آپ دیکھ رہے ہیں کہ یہ کھیت وغیرہ ہے, کھیتی باڑی کرتے ہیں کچھ لوگ, اور بہت کم لوگ ایسے ہیں جو باہر ہیں اور انہی کے بچے آگے سے پڑھ رہے ہیں. اور یہاں پر جو بیسک تعلیم ہے عورتوں کو جو دی جاتی ہے وہ بھی بہت کم ہے کیونکہ لوگ جو ہے نا وہ اپنی بیٹیوں کو باہر دور دراز علاقوں میں نہیں بھیجنا چاہتے کیونکہ وہ سیف نہیں سمجھتے. اور نہ تو یہاں پر کوئی ہیلتھ سسٹم ہے, نہ یہاں پر کوئی آس پاس جو ہے وہ ہاسپٹل ہے کیونکہ جو ہاسپٹل ہے وہ بھی کینٹ ایریا میں ہے, ان کو کوئی ہاسپٹل نہیں پرووائڈ کیا گیا. اور اس وجہ سے یہاں پر جو سیوریج سسٹم ہے وہ بھی بہت گندا ہے, اس کی وجہ سے لوگوں کی ہیلتھ جو ہے وہ کافی زیادہ متاثر بھی ہوتی ہے. تو یہ ہم لوگوں نے آج کنکلوژن نکالا. تھینک یو.